रसूल हमजा तोप दी पुस्तक मेरा दागिस्तान दा अगला अंग है जमालुद्दीन दा गीत। 8 साल ਦੀ ਉਮਰ 'ਚ ਕੈਦ ਕੀਤਾ ਗਿਆ ਜਮਾਲੁद्दीन 24 ਸਾਲ ਦੇ ਜਵਾਨ ਦੇ ਰੂਪ 'ਚ ਦਾਗਿਸਤਾਨ ਮੁੜਿਆ। ਪੁੱਤਰ ਨੂੰ ਵਾਪਸ ਲਿਆਉਣ ਵਾਸਤੇ ਇਮਾਮ ਸ਼ਮੀਲ ਨੂੰ ਬਹੁਤ ਸਾਰੀ ਸ਼ਕਤੀ ਲਾਉਣੀ ਪਈ। ਬਹੁਤ ਸਬਰ ਤੇ ਚਲਾਕੀ ਤੋਂ ਕੰਮ ਲੈਣਾ ਪਿਆ। ਸ਼ਮੀਲ ਨੇ ਕੈਦ ਕੀਤੇ ਗਏ ਅਨੇਕ ਰੂਸੀ ਫੌਜੀ ਪੁੱਤਰ ਦੇ ਬਦਲੇ ਦੇਣ ਦੀਆਂ ਕਈ ਪੇਸ਼ਕਸ਼ਾਂ ਜ਼ਾਰ ਦੇ ਸਾਹਮਣੇ ਰੱਖੀਆਂ, ਪਰ ਜ਼ਾਰ ਰਾਜੀ ਨਹੀਂ ਹੋਇਆ। ਜ਼ਾਰ ਨੂੰ ਦਾਗਿਸਤਾਨ ਦੇ ਇਸ ਨਵ ਉਮਰ ਗੱਭਰੂ ਦੀ ਪੀਟਰਸਬਰਗ 'ਚ ਲੋੜ ਸੀ। ਉਹਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਦੇ ਕੇ ਜ਼ਾਰ ਸ਼ਾਮਿਲ ਨੂੰ ਵਿਅਰਥ ਦੀ ਲੜਾਈ ਖਤਮ ਕਰਨ ਲਈ ਮਜਬੂਰ ਕਰਨਾ ਚਾਹੁੰਦਾ ਸੀ। ਇਮਾਮ ਨੇ ਇਹਨਾਂ ਧਮਕੀਆਂ ਦੀ ਕੋਈ ਪਰਵਾਹ ਨਹੀਂ ਕੀਤੀ। ਪੁੱਤਰ ਵੱਲੋਂ, ਸ਼ਾਇਦ ਖੁਦ ਪੁੱਤਰ ਨੇ ਇਮਾਮ ਨੂੰ ਇਹ ਲਿਖਿਆ ਸੀ ਕਿ ਜ਼ਾਰ ਬਹੁਤ ਸ਼ਕਤੀਸ਼ਾਲੀ ਹੈ, ਉਹਦੇ ਉੱਤੇ ਜਿੱਤ ਹਾਸਲ ਕਰਨ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਦਾਗਿਸਤਾਨ 'ਚ ਖੂਨ ਵਹਿ ਰਿਹਾ ਹੈ, ਇਹ ਜ਼ਾਰ ਦੇ ਵਿਰੁੱਧ ਰਹਿਣ ਨਾਲ ਨੁਕਸਾਨ ਤੇ ਦੁੱਖ ਤਕਲੀਫ ਤੋਂ ਬਿਨਾਂ ਕੁਝ ਵੀ ਨਹੀਂ ਮਿਲਣਾ। ਜ਼ਿੱਦੀ ਇਮਾਮ ਨੇ ਇਸ ਗੱਲ ਤੇ ਵੀ ਕੰਨ ਨਹੀਂ ਧਰਿਆ। ਇਉਂ ਹੋਇਆ ਕਿ ਕੁਝ ਮੁਰੀਦਾਂ ਨੂੰ ਨਾਲ ਲੈ ਕੇ ਹਾਜੀ ਮੁਰਾਦ ਰੂਸੀਆਂ ਨਾਲ ਜਾ ਮਿਲਿਆ, ਪਰ ਆਪਣੇ ਪਰਿਵਾਰ, ਮਾਂ, ਬੀਵੀ, ਭੈਣ ਤੇ ਪੁੱਤਰ ਨੂੰ ਉਹਨੇ ਪਹਾੜਾਂ ਵਿੱਚ ਛੱਡ ਦਿੱਤਾ। ਜ਼ਾਹਿਰ ਹੈ ਕਿ ਉਹ ਸਭ ਸ਼ਾਮਿਲ ਦੇ ਹੱਥ ਆ ਗਏ, ਤੇ ਜੇ ਤੂੰ ਵਾਪਸ ਨਹੀਂ ਆਏਗਾ, ਸ਼ਾਮਿਲ ਨੇ ਹਾਜੀ ਮੁਰਾਦ ਨੂੰ ਲਿਖਿਆ, ਤਾਂ ਤੇਰੇ ਪੁੱਤਰ ਬਲੂਚ ਦਾ ਸਿਰ ਵੱਢ ਸੁੱਟਾਂਗਾ ਤੇ ਤੇਰੀ ਮਾਂ, ਭੈਣ ਤੇ ਬੀਵੀ ਦੀ ਮਿੱਟੀ ਪਲੀਤ ਕਰਨ ਲਈ ਉਹਨਾਂ ਨੂੰ ਫੌਜੀਆਂ ਦੇ ਹਵਾਲੇ ਕਰ ਦਿਆਂਗਾ। ਉਧਰ ਹਾਜੀ ਮੁਰਾਦ ਵੀ ਆਪਣੇ ਟੱਬਰ ਨੂੰ ਬਚਾਉਣ ਲਈ ਰਾਹ ਲੱਭ ਰਿਹਾ ਸੀ ਤੇ ਉਸੇ ਤਰ੍ਹਾਂ ਜਿੱਦੀ ਇਮਾਮ ਦੇ ਖਿਲਾਫ ਸੰਘਰਸ਼ ਕਰਨ ਲਈ ਖੁਦ ਨੂੰ ਆਜ਼ਾਦ ਕਰ ਲੈਣਾ ਚਾਹੁੰਦਾ ਸੀ। ਉਨੀ ਦਿਨੀ ਉਹਨੇ ਕਿਹਾ ਸੀ, ਮੈਂ ਰੱਸੀ ਨਾਲ ਬੱਝਿਆ ਹੋਇਆ ਤੇ ਰੱਸੀ ਦਾ ਸਿਰਾ ਸ਼ਾਮਿਲ ਦੇ ਹੱਥ 'ਚ, ਬਦਲੇ 'ਚ ਧਨ ਦੌਲਤ ਦੇ ਕੇ ਪਰਿਵਾਰ ਛੁਡਾਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸ਼ਾਮਿਲ ਨੂੰ ਜਦੋਂ ਇਹ ਪਤਾ ਲੱਗਾ ਕਿ ਉਹਦਾ ਸਾਬਕਾ ਮੁਰੀਦ ਧਨ ਦੌਲਤ ਦੇ ਕੇ ਆਪਣਾ ਪਰਿਵਾਰ ਛੁਡਾ ਲੈਣਾ ਚਾਹੁੰਦਾ, ਤਾਂ ਉਹਨੇ ਕਿਹਾ, ਲੱਗਦਾ ਹੈ ਵੀ ਹੋਰ ਸਭ ਚੀਜ਼ਾਂ ਤੋਂ ਇਲਾਵਾ ਹਾਜੀ ਮੁਰਾਦ ਦਾ ਦਿਮਾਗ ਵੀ ਫਿਰ ਗਿਆ। ਪਰ ਜੇ ਸ਼ਾਮਿਲ ਦੇ ਹੱਥਾਂ 'ਚ ਹਾਜੀ ਮੁਰਾਦ ਨੂੰ ਬੰਨਣ ਵਾਲੀ ਰੱਸੀ ਦਾ ਸਿਰਾ ਸੀ, ਤਾਂ ਹਾਜੀ ਮੁਰਾਦ ਦੇ ਹੱਥਾਂ 'ਚ ਉਹ ਧਾਗਾ ਸੀ ਜਿਹੜਾ ਸਿੱਧਾ ਸ਼ਾਮਿਲ ਦੇ ਦਿਲ ਤੱਕ ਪਹੁੰਚਦਾ ਸੀ। ਇਹ ਧਾਗਾ ਜਮਾਲੁद्दीन ਸੀ। ਹਾਜੀ ਮੁਰਾਦ ਨੇ ਵੋਰੋਨਤਸੋਵ ਨੂੰ ਗੁਜ਼ਾਰਿਸ਼ ਕੀਤੀ, ਜ਼ਾਰ ਨੂੰ ਆਖੋ ਵੀ ਉਹ ਜਮਾਲੁद्दीन ਉਹਦੇ ਪਿਓ ਨੂੰ ਮੋੜ ਦੇਵੇ। ਫਿਰ ਇਹ ਮੁਮਕਿਨ ਹੈ ਵੀ ਸ਼ਾਮਿਲ ਮੇਰੇ ਪਰਿਵਾਰ ਦੇ ਜੀਆਂ ਨੂੰ ਆਜ਼ਾਦ ਕਰ ਦੇ, ਤੇ ਜਦ ਤੱਕ ਮੇਰਾ ਪਰਿਵਾਰ ਸ਼ਾਮਿਲ ਦੇ ਹੱਥਾਂ 'ਚ ਹੈ, ਮੇਰੇ ਲਈ ਉਹਦੇ ਖਿਲਾਫ ਲੜਨ ਦਾ ਮਤਲਬ ਹੈ ਆਪਣੇ ਹੱਥੀਂ ਆਪਣੀ ਮਾਂ, ਪੁੱਤਰ ਤੇ ਬੀਵੀ, ਯਾਨੀ ਪੂਰੇ ਕੁਨਬੇ ਨੂੰ ਕਤਲ ਕਰ ਸੁੱਟਣਾ। ਵੋਰੋਨਤਸੋਵ ਨੇ ਜ਼ਾਰ ਨੂੰ ਇਹ ਸਭ ਕੁਝ ਦੱਸਿਆ ਤੇ ਜ਼ਾਰ ਇਹਦੇ ਲਈ ਰਾਜ਼ੀ ਹੋ ਗਿਆ। ਸ਼ਾਮਿਲ ਨੂੰ ਲਿਖਿਆ ਗਿਆ, ਜੇ ਤੂੰ ਹਾਜੀ ਮੁਰਾਦ ਦੇ ਪਰਿਵਾਰ ਨੂੰ ਛੱਡ ਦੇਂਗਾ ਤੇ ਤੈਨੂੰ ਤੇਰਾ ਪੁੱਤਰ ਮਿਲ ਜਾਏਗਾ। ਹੁਣ ਸ਼ਾਮਿਲ ਦੇ ਸਾਹਮਣੇ ਇਹ ਤਕਲੀਫ ਦੇ ਚੋਣ ਸੀ। 3 ਰਾਤਾਂ ਤੱਕ ਨਾ ਤਾਂ ਉਹ ਖੁਦ ਤੇ ਨਾ ਹੀ ਉਹਦਾ ਪਰਿਵਾਰ ਹੀ ਸੁੱਤਾ। ਚੌਥੇ ਦਿਨ ਇਮਾਮ ਨੇ ਹਾਜੀ ਮੁਰਾਦ ਦੇ ਪੁੱਤਰ ਬੁਲਿਚ ਨੂੰ ਆਪਣੇ ਕੋਲ ਬੁਲਾਇਆ। ਤੂੰ ਹਾਜੀ ਮੁਰਾਦ ਦਾ ਪੁੱਤਰ ਹੈ? ਆਖੋ, ਮੈਂ ਹਾਜੀ ਮੁਰਾਦ ਦਾ ਪੁੱਤਰ ਹਾਂ। ਇਮਾਮ, ਤੈਨੂੰ ਪਤਾ ਨਾ ਉਹਨੇ ਕੀ ਕੀਤਾ? ਪਤਾ ਹੈ ਇਮਾਮ। ਇਹਦੇ ਬਾਰੇ ਤੂੰ ਕੀ ਕਹਿਣਾ ਹੈ? ਇਹਦੇ ਬਾਰੇ ਕੀ ਕਿਹਾ ਜਾ ਸਕਦਾ ਹੈ? ਉਹਨੂੰ ਮਿਲਣਾ ਚਾਹੁੰਦਾ? ਬਹੁਤ ਚਾਹੁੰਦਾ। ਮੈਂ ਤੈਨੂੰ, ਤੇਰੀ ਮਾਂ, ਦਾਦੀ, ਪੂਰੇ ਪਰਿਵਾਰ ਦੇ ਨਾਲ ਉਹਦੇ ਕੋਲ ਜਾਣ ਲਈ ਆਜ਼ਾਦ ਕਰਨਾ। ਨਹੀਂ, ਮੈਂ ਪਿਤਾ ਜੀ ਕੋਲ ਨਹੀਂ ਜਾ ਸਕਦਾ। ਮੇਰੀ ਥਾਂ ਦਾਗਿਸਤਾਨ 'ਚ, ਪਰ ਉੱਥੇ ਤਾਂ ਦਾਗਿਸਤਾਨ ਹੈ ਨਹੀਂ। ਤੈਨੂੰ ਜਾਣਾ ਚਾਹੀਦਾ ਬੁਲਿਚ, ਇਹ ਮੇਰਾ ਹੁਕਮ ਹੈ। ਮੈਂ ਨਹੀਂ ਜਾਣਾ ਇਮਾਮ। ਬਿਹਤਰ ਇਹ ਹੈ ਵੀ ਤੁਸੀਂ ਇੱਥੇ ਹੀ ਤੇ ਇਸੇ ਵਕਤ ਮੇਰੀ ਜਾਨ ਲੈ ਲਓ। ਮੈਂ ਵੇਖਣਾ ਵੀ ਆਪਣੇ ਪਿਓ ਵਾਂਗ ਤੂੰ ਵੀ ਹੁਕਮ ਮੰਨਣਾ ਨਹੀਂ ਜਾਣਦਾ। ਅਸੀਂ ਸਾਰੇ ਤੁਹਾਡਾ ਹੁਕਮ ਮੰਨਣ ਨੂੰ ਤਿਆਰ ਆ ਇਮਾਮ, ਪਰ ਮੈਨੂੰ ਇਹ ਨਾ ਆਖੋ ਵੀ ਮੈਂ ਉੱਥੇ ਜਾਵਾਂ। ਜ਼ਿਆਦਾ ਚੰਗਾ ਤਾਂ ਹੀ ਹੋਏਗਾ ਵੀ ਤੁਸੀਂ ਮੈਨੂੰ ਜੰਗ 'ਚ ਭੇਜ ਦਿਓ। ਮੈਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਾਂਗਾ, ਪਿਓ ਦੇ ਖਿਲਾਫ ਲੜਨ ਲਈ, ਦੁਸ਼ਮਣਾਂ ਦੇ ਖਿਲਾਫ। ਉਸ ਦਿਨ ਸ਼ਾਮਿਲ ਨੇ ਆਪਣਾ ਸਭ ਤੋਂ ਵਧੀਆ ਖੰਜਰ ਬੁਲਿਚ ਨੂੰ ਭੇਟ ਕੀਤਾ। ਆਪਣੇ ਪਿਤਾ ਵਾਂਗ ਹੀ ਇਹਦੀ ਵਰਤੋਂ ਦਾ ਕਮਾਲ ਹਾਸਲ ਕਰ, ਪਰ ਹਮੇਸ਼ਾ ਧਿਆਨ ਰੱਖੀ ਵੀ ਇਹਦੇ ਨਾਲ ਵਾਰ ਕਿਹਦੇ ਤੇ ਕਰਨਾ ਹੈ। ਹਾਜੀ ਮੁਰਾਦ ਦੀ ਸੌਦੇਬਾਜ਼ੀ ਕਾਮਯਾਬ ਨਹੀਂ ਹੋਈ। ਉਹਦਾ ਪੁੱਤਰ ਉਹਦੇ ਕੋਲ ਨਹੀਂ ਆਇਆ। ਜਮਾਲੁद्दीन ਇਮਾਮ ਕੋਲ ਵਾਪਸ ਨਹੀਂ ਆਇਆ। ਪਰ ਇਸੇ ਸਮੇਂ ਸ਼ਾਮਿਲ ਨੇ ਆਪਣੇ ਹੋਰ ਉਪਾਅ ਕੀਤੇ। ਉਹਨੇ ਆਪਣੇ ਦੂਜੇ ਪੁੱਤਰ ਕਾਜ਼ੀ ਮੁਹੰਮਦ ਨੂੰ ਜਾਰਜੀਆਈ ਰਿਆਸਤ ਤਿਸਨਾਨਦਾਲੀ ਉੱਤੇ ਧਾਵਾ ਬੋਲਣ ਲਈ ਭੇਜ ਦਿੱਤਾ। ਇਹਦੇ ਸਿੱਟੇ ਵਜੋਂ ਰਾਜਕੁਮਾਰੀ ਚਾਵਾਦਜ਼ੇ, ਰਾਜਕੁਮਾਰੀ ਔਰਬਿਲਿਆਨੀ ਤੇ ਇਹਨਾਂ ਨਾਲ ਇਹਨਾਂ ਦੀਆਂ ਫਰਾਂਸੀਸੀ ਅਧਿਆਪਕਾਵਾਂ ਕੈਦ ਕਰ ਲਈਆਂ ਗਈਆਂ। ਨੀਨਾ ਗ੍ਰਿਬੋਯੇਦੋਵਾ ਦੀ ਭੈਣ ਯੇਕਾਤਾਰੀਨਾ ਚਾਵਾਦਜ਼ੇ ਨੂੰ ਮੁਰੀਦਾਂ ਨੂੰ ਰੁੱਖ ਤੇ ਖੋੜ ਵਿੱਚ ਲੁਕੀ ਹੋਈ ਵੇਖਿਆ। ਉਹਨੂੰ ਉੱਥੋਂ ਕੱਢ ਕੇ ਕੈਦੀ ਬਣਾ ਲਿਆ। ਹੁਣ ਤਾਂ ਸ਼ਾਮਿਲ ਜ਼ਾਰ ਨੂੰ ਆਪਣੀਆਂ ਸ਼ਰਤਾਂ ਮੰਨਣ ਲਈ ਮਜਬੂਰ ਕਰ ਸਕਦਾ ਸੀ।
ਕਾਰਨ ਇਹ ਸੀ ਕਿ ਜ਼ਾਰ ਹਰ ਹਾਲਤ 'ਚ ਜ਼ਾਰਜ਼ਿਆਈ ਰਾਜਕੁਮਾਰੀਆਂ ਨੂੰ ਬਚਾਉਣਾ ਚਾਹੇਗਾ। ਆਪਣੇ ਪੁੱਤਰ ਦੇ ਬਦਲੇ ਹੀ ਰਾਜਕੁਮਾਰੀਆਂ ਮੋੜਾਂਗਾ। ਸ਼ਾਮੀਲ ਨੇ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ। ਫਿਰ ਉਹ ਦਿਨ ਆ ਗਿਆ। ਚੌੜੀ ਨਦੀ ਵਹਿ ਰਹੀ ਸੀ। ਉਹਦੇ ਇੱਕ ਕੰਢੇ ਉੱਤੇ ਕੈਦੀ ਬਣਾ ਕੇ ਲਿਆਂਦੀਆਂ ਰਾਜਕੁਮਾਰੀਆਂ ਆਪਣੇ ਆਜ਼ਾਦ ਹੋਣ ਦਾ ਰਾਹ ਵੇਖ ਰਹੀਆਂ ਸਨ ਤੇ ਦੂਜੇ ਤੱਟ ਉੱਤੇ ਰੂਸੀ ਫੌਜੀਆਂ ਨਾਲ ਇਮਾਮ ਦਾ ਪੁੱਤਰ ਸਾਹਮਣੇ ਆਇਆ। ਸ਼ਾਮੀਲ ਵੀ ਆਪਣੇ ਘੋੜੇ ਉੱਤੇ ਸਵਾਰ ਹੋ ਕੇ ਨਦੀ ਕੰਢੇ ਆ ਗਿਆ। ਉਹ ਦੂਸਰੇ ਕੰਢੇ ਹੋਰਨਾਂ ਲੋਕਾਂ 'ਚ ਆਪਣੇ ਪੁੱਤਰ ਨੂੰ ਵੇਖਣ ਪਛਾਣਨ ਦਾ ਯਤਨ ਕਰ ਰਿਹਾ ਸੀ। ਉਹਨਾਂ ਨੇ ਇੰਨੇ ਵਰੇ ਇੱਕ ਦੂਜੇ ਨੂੰ ਵੇਖਿਆ ਜੋ ਨਹੀਂ ਸੀ ਕਿ ਪਿਓ ਪੁੱਤਰ ਇੱਕ ਦੂਜੇ ਨੂੰ ਪਛਾਣ ਲੈਣਗੇ। ਇਮਾਮ ਨੂੰ ਸੁਨਹਿਰੀ ਫੀਤੀਆਂ ਵਾਲਾ ਫੌਜੀ ਓਵਰਕੋਟ ਪਾਈ ਇੱਕ ਸੁਘੜ ਸੁਡੌਲ ਰੂਸੀ ਫੌਜੀ ਵਿਖਾਇਆ ਗਿਆ। ਉਹ ਅਫਸਰ ਦੂਜੇ ਰੂਸੀ ਅਫਸਰਾਂ ਨਾਲ ਗੱਲਬਾਤ ਕਰ ਰਿਹਾ ਸੀ। ਉਹਨੇ ਉਹਨਾਂ ਕੋਲੋਂ ਵਿਦਾ ਲਈ ਤੇ ਉਹਨਾਂ ਨੂੰ ਗਲ ਲਾਇਆ। ਇਸ ਤੋਂ ਬਾਅਦ ਉਹ ਇੱਕ ਪਾਸੇ ਵੱਖਰੀ ਖਲੋਤੀ ਮੁਟਿਆਰ ਕੋਲ ਗਿਆ ਤੇ ਉਹਦਾ ਹੱਥ ਚੁੰਮਿਆ। ਕਦੇ-ਕਦੇ ਉਸ ਸਫੈਦ ਘੋੜੇ ਉੱਤੇ ਸਵਾਰ ਆਪਣੇ ਪਿਤਾ ਵੱਲ ਵੀ ਵੇਖ ਲੈਂਦਾ ਸੀ। ਭਲਾ ਇਹੋ ਹੀ ਮੇਰਾ ਪੁੱਤਰ? ਇਮਾਮ ਨੇ ਇਸ ਅਫਸਰ ਨੂੰ ਟਿਕ-ਟਿਕੀ ਬੰਨ ਕੇ ਵੇਖਦਿਆਂ ਤੇ ਉਹਦੀ ਕਿਸੇ ਵੀ ਸਰਗਰਮੀ ਨੂੰ ਨਜ਼ਰੋਂ ਓਹਲੇ ਨਾ ਕਰਨ ਦੀ ਕੋਸ਼ਿਸ਼ ਕਰਦਿਆਂ ਪੁੱਛਿਆ। ਆਖੋ, ਇਹੋ ਹੀ ਹੈ ਜਮਾਲੁਦੀਨ। ਚਿਰਕੇਸਕਾ ਤੇ ਸਾਡੇ ਹਥਿਆਰ ਲੈ ਜਾ ਤੇ ਪਰਲੇ ਕੰਢੇ ਉਹਨੂੰ ਦੇ ਦਿਓ। ਇਸ ਪਲ ਤੋਂ ਉਹ ਜ਼ਾਰ ਦੀ ਫੌਜ ਦਾ ਅਫਸਰ ਨਹੀਂ ਸਗੋਂ ਦਾਗਿਸਤਾਨ ਦਾ ਸਿਪਾਹੀ ਹੈ। ਜਿਹੜੇ ਕੱਪੜੇ ਉਹਨੇ ਇਸ ਵੇਲੇ ਪਾਏ ਹੋਏ ਨੇ ਉਹਨਾਂ ਨੂੰ ਨਦੀ 'ਚ ਸੁੱਟ ਦਿਓ, ਨਹੀਂ ਤਾਂ ਮੈਂ ਬੇਟੇ ਨੂੰ ਆਪਣੇ ਕੋਲ ਨਹੀਂ ਆਉਣ ਦਿਆਂਗਾ। ਜਮਾਲੁਦੀਨ ਨੇ ਪਿਤਾ ਦੀ ਇੱਛਾ ਅਨੁਸਾਰ ਆਪਣੇ ਕੱਪੜੇ ਬਦਲ ਲਏ। ਪਹਾੜੀ ਚੇਰਕੇਸਕਾ ਦੇ ਉੱਤੇ ਉਹਨੇ ਪਹਾੜੀ ਲੋਕਾਂ ਦੇ ਹਥਿਆਰ ਬੰਨ ਲਏ, ਪਰ ਚੇਰਕੇਸਕਾ ਤੇ ਸਮੂਰ ਦੀ ਵੱਡੀ ਟੋਪੀ ਦੇ ਹੇਠਾਂ ਜਮਾਲੁਦੀਨ ਦਾ ਦਿਲ ਤੇ ਸਿਰ ਤਾਂ ਉੱਥੇ ਦੇ ਉੱਥੇ ਹੀ ਰਹਿ ਗਏ ਸੀ। ਉਹਨਾਂ ਦਾ ਤਾਂ ਕਿਸੇ ਤਰ੍ਹਾਂ ਵੀ ਬਦਲਣਾ ਮੁਮਕਿਨ ਨਹੀਂ ਸੀ। ਆਖਿਰ ਨਦੀ ਪਾਰ ਕਰਕੇ ਉਹ ਪਿਤਾ ਦੇ ਕੋਲ ਆਇਆ। ਮੇਰਾ ਪਿਆਰਾ ਬੇਟਾ, ਮੇਰੇ ਅੱਬਾ। ਜਮਾਲੁਦੀਨ ਨੂੰ ਘੋੜਾ ਦਿੱਤਾ ਗਿਆ। ਦੋਨੇ ਤੱਕ ਦੇ ਪੂਰੇ ਰਾਹ ਪਿਓ ਪੁੱਤਰ ਨਾਲ ਨਾਲੋਂ ਨਾਲ ਸਵਾਰੀ ਕਰਦੇ ਰਹੇ। ਇਮਾਮ ਸ਼ਾਮੀਲ ਕਦੇ-ਕਦੇ ਪੁੱਛਦਾ, ਜਮਾਲੁਦੀਨ ਇਹ ਦੱਸ, ਤੈਨੂੰ ਇਹ ਥਾਵਾਂ ਯਾਦ ਨੇ? ਤੂੰ ਇਹਨਾਂ ਚਟਾਨਾਂ ਨੂੰ ਭੁੱਲਦਾ ਨਹੀਂ ਗਿਆ? ਤੈਨੂੰ ਆਪਣੀ ਗੀਮਰੀ ਪਿੰਡ ਯਾਦ ਹੈ? ਅਖੂਲ ਗਏ ਯਾਦ ਹੈ? ਅੱਬਾ, ਮੈਂ ਤਾਂ ਉਦੋਂ ਬਹੁਤ ਛੋਟਾ ਸੀ। ਇਹ ਦੱਸ ਵੀ ਤੂੰ ਦਾਗਿਸਤਾਨ ਵਾਸਤੇ ਕਦੇ ਇੱਕ ਵਾਰ ਵੀ ਅੱਲਾ ਦੇ ਦਰਬਾਰ 'ਚ ਇਬਾਦਤ ਕੀਤੀ ਸੀ? ਤੂੰ ਆਪਣੀ ਇਬਾਦਤ ਤਾਂ ਨਹੀਂ ਭੁੱਲ ਗਿਆ? ਕੁਰਾਨ ਦੀਆਂ ਆਇਤਾਂ ਤਾਂ ਨਹੀਂ ਭੁੱਲ ਗਿਆ? ਉੱਥੇ ਜਿੱਥੇ ਰਹਿੰਦਾ ਸੀ ਕੁਰਾਨ ਹੈ ਹੀ ਨਹੀਂ ਸੀ। ਜਮਾਲੁਦੀਨ ਨੇ ਮਨ ਮਾਰ ਕੇ ਜਵਾਬ ਦਿੱਤਾ। ਭਲਾ ਤੂੰ ਕਦੇ ਇੱਕ ਵਾਰ ਵੀ ਸਰਬ ਸ਼ਕਤੀਮਾਨ ਅੱਲਾ ਦੇ ਸਾਹਮਣੇ ਸਿਰ ਨਹੀਂ ਝੁਕਾਇਆ? ਉਹਦੀ ਇਬਾਦਤ ਨਹੀਂ ਕੀਤੀ, ਰੋਜ਼ੇ ਨਹੀਂ ਰੱਖੇ, ਨਮਾਜ਼ ਅਦਾ ਨਹੀਂ ਕੀਤੀ? ਅੱਬਾ, ਸਾਨੂੰ ਕੋਈ ਗੱਲ ਵੀ ਕਰਨੀ ਚਾਹੀਦੀ ਹੈ। ਪਰ ਸ਼ਾਮੀਲ ਨੇ ਕੋਈ ਗੱਲ ਨਾ ਕਹਿ ਕੇ ਘੋੜੇ ਨੂੰ ਅੱਡੀ ਲਾ ਦਿੱਤੀ। ਅਗਲੇ ਦਿਨ ਇਮਾਮ ਨੇ ਪੁੱਤਰ ਨੂੰ ਆਪਣੇ ਕੋਲ ਬੁਲਵਾ ਘੱਲਿਆ। ਵੇਖ ਜਮਾਲੁਦੀਨ, ਪਹਾੜਾਂ ਦੇ ਪਿੱਛੋਂ ਸੂਰਜ ਉਤਾਂਹ ਨੂੰ ਆਉਂਦਾ ਪਿਆ। ਹੁਣ ਖੂਬਸੂਰਤ ਨਜ਼ਾਰਾ ਹੈ ਨਾ? ਹਾਂ, ਖੂਬਸੂਰਤ ਹੈ ਅੱਬਾ। ਤੂੰ ਇਹਨਾਂ ਪਹਾੜਾਂ, ਇਸ ਸੂਰਜ ਲਈ ਜ਼ਿੰਦਗੀ ਕੁਰਬਾਨ ਕਰਨ ਲਈ ਤਿਆਰ ਹੈ? ਅੱਬਾ, ਸਾਨੂੰ ਕੋਈ ਗੱਲ ਕਰਨੀ ਚਾਹੀਦੀ ਹੈ ਤਾਂ ਕਰ ਲੈ। ਅੱਬਾ, ਜ਼ਾਰ ਮਹਾਨ ਹੈ, ਬਹੁਤ ਅਮੀਰ ਹੈ, ਬੜਾ ਤਾਕਤਵਰ ਹੈ। ਸਾਨੂੰ ਇਹਨਾਂ ਪਹਾੜਾਂ ਦੀ ਗਰੀਬੀ, ਖਸਤਾ ਹਾਲੀ ਤੇ ਜਹਾਲਤ ਦੀ ਰਾਖੀ ਕਰਨ ਦੀ ਕੀ ਲੋੜ ਹੈ? ਰੂਸ 'ਚ ਮਹਾਨ ਸਾਹਿਤ, ਮਹਾਨ ਸੰਗੀਤ, ਮਹਾਨ ਭਾਸ਼ਾ ਹੈ। ਇਹ ਸਾਰੇ ਸਾਡੇ ਹੋ ਜਾਣਗੇ। ਰੂਸ ਨਾਲ ਮਿਲ ਕੇ ਦਾਗਿਸਤਾਨ ਦਾ ਭਲਾ ਹੋਏਗਾ। ਅੱਖਾਂ ਖੋਲ ਕੇ ਸੱਚਾਈ ਨੂੰ ਵੇਖਣ, ਹਥਿਆਰ ਸੁੱਟਣ ਤੇ ਜ਼ਖਮਾਂ ਨੂੰ ਭਰਨ ਦਾ ਵਕਤ ਆ ਗਿਆ। ਯਕੀਨ ਜਾਣੋ, ਮੈਂ ਦਾਗਿਸਤਾਨ ਨੂੰ ਤੁਹਾਡੇ ਨਾਲੋਂ ਘੱਟ ਪਿਆਰ ਨਹੀਂ ਕਰਦਾ। ਜਮਾਲੁਦੀਨ, ਅੱਬਾ ਜਾਨ, ਦਾਗਿਸਤਾਨ 'ਚ ਇੱਕ ਵੀ ਤਾਂ ਅਜਿਹਾ ਪਿੰਡ ਨਹੀਂ ਜਿਹੜਾ ਘੱਟੋ-ਘੱਟ ਇੱਕ ਵਾਰ ਨਾ ਸੜਿਆ ਹੋਵੇ। ਇੱਕ ਵੀ ਤਾਂ ਅਜਿਹੀ ਚੱਟਾਨ ਨਹੀਂ ਜਿਹੜੀ ਜ਼ਖਮੀ ਨਾ ਹੋਈ ਹੋਵੇ। ਇੱਕ ਵੀ ਤਾਂ ਅਜਿਹਾ ਪੱਥਰ ਨਹੀਂ ਜਿਹੜਾ ਲਹੂ ਨਾਲ ਰੰਗਿਆ ਨਾ ਗਿਆ ਹੋਵੇ। ਮੈਂ ਵੇਖਣਾ ਪਿਆ ਕਿ ਤੂੰ ਨਾ ਤਾਂ ਇਹਨਾਂ ਜ਼ਖਮੀ ਚੱਟਾਨਾਂ ਦੀ ਹਿਫਾਜ਼ਤ ਕਰਨ ਲਈ ਤਿਆਰ ਹੈ ਤੇ ਨਾ ਹੀ ਇੰਨਾ ਕਰਨ ਜੋਗਾ ਹੈ। ਅੱਬਾ ਜਾਨ, ਮੈਂ ਤੇਰਾ ਅੱਬਾ ਨਹੀਂ ਤੇ ਤੂੰ ਮੇਰਾ ਪੁੱਤਰ ਵੀ ਸਾਬਤ ਨਹੀਂ ਹੋਇਆ। ਤੇਰੇ ਲਫ਼ਜ਼ ਸੁਣ ਕੇ ਤਾਂ ਮੁਰਦਿਆਂ ਨੂੰ ਕਬਰਾਂ 'ਚੋਂ ਨਿਕਲ ਆਉਣਾ ਚਾਹੀਦਾ, ਪਰ ਜਦ ਮੈਂ ਤੇਰੇ ਮੂੰਹੋਂ ਇਹ ਸਾਰਾ ਕੁਝ ਸੁਣ ਲਿਆ ਤਾਂ ਮੈਂ ਜਿਉਂਦਾ ਬੰਦਾ ਕੀ ਕਰਾਂ? ਵੇਖਣਾ ਚੱਟਾਨਾਂ ਕਿਵੇਂ ਕਾਲੀਆਂ ਹੋ ਗਈਆਂ ਨੇ। ਸ਼ਾਮੀਲ ਨੇ ਆਪਣੇ ਸਭ ਤੋਂ ਵਫਾਦਾਰ ਬੰਦਿਆਂ ਤੇ ਘਰ ਵਾਲਿਆਂ ਨੂੰ ਬੁਲਵਾ ਘੱਲਿਆ। ਲੋਕੋ, ਮੈਂ ਤੁਹਾਨੂੰ ਉਹ ਕੁਝ ਦੱਸਣਾ ਚਾਹੁੰਦਾ ਜੋ ਮੇਰਾ ਪੁੱਤਰ ਆਖਦਾ ਹੈ। ਇਹ ਆਖਦਾ ਵੀ ਗੋਰਾ ਜ਼ਾਰ ਮਹਾਨ ਹੈ, ਵੀ ਦੁਸ਼ਮਣ ਤਾਕਤਵਰ ਹੈ, ਵੀ ਜ਼ਾਰ ਦਾ ਰਾਜ ਬਹੁਤ ਵੱਡਾ ਹੈ ਤੇ ਅਸੀਂ ਬੇਕਾਰ ਉਹਦੇ ਖਿਲਾਫ ਲੜਨੇ ਪਏ ਹਾਂ। ਇਹ ਆਖਦਾ ਸਾਨੂੰ ਆਪਣੇ ਹਥਿਆਰ ਸੁੱਟ ਕੇ ਬੜੀ ਨਿਮਰਤਾ ਨਾਲ ਜ਼ਾਰ ਦੇ ਸਾਹਮਣੇ ਆਪਣਾ ਸਿਰ ਝੁਕਾ ਦੇਣਾ ਚਾਹੀਦਾ ਹੈ। ਮੈਂ ਇਹ ਮੰਨਦਾ ਭਈ ਜਿਹੜਾ ਆਦਮੀ ਨਾ ਸਿਰਫ ਇੰਨਾ ਕਹਿਣ ਸਗੋਂ ਇਉਂ ਸੋਚਣ ਦੀ ਵੀ ਹਿੰਮਤ ਕਰੇਗਾ, ਮੈਂ ਉਹਨੂੰ ਇੱਕ ਘੰਟਾ ਵੀ ਦਾਗਿਸਤਾਨ 'ਚ ਨਹੀਂ ਰਹਿਣ ਦਿਆਂਗਾ। ਅੱਜ ਮੈਂ ਇਹ ਸ਼ਬਦ ਸੁਣ ਰਿਹਾ ਤੇ ਉਹ ਵੀ ਕਿੱਥੇ? ਆਪਣੇ ਘਰ 'ਚ। ਕੌਣ ਬੋਲਦਾ ਪਿਆ ਇਹ ਸ਼ਬਦ? ਮੇਰਾ ਪੁੱਤਰ। ਇਹਦੇ ਨਾਲ ਇਹੋ ਜਿਹੇ ਆਦਮੀ ਨਾਲ ਕੀ ਕੀਤਾ ਜਾਏ ਜਿਹਨੂੰ ਜ਼ਾਰ ਨੇ ਦਾਗਿਸਤਾਨ ਤੇ ਮੈਨੂੰ ਬੇਇੱਜ਼ਤ ਕਰਨ ਲਈ ਇੱਥੇ ਘੱਲਿਆ? ਤੁਸੀਂ
ਸਾਰੇ ਜਣੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਦੁਸ਼ਮਣ ਦੀਆਂ ਸੰਗੀਨਾਂ ਨੇ ਕਿੰਨੀ ਵਾਰ ਦਾਗਿਸਤਾਨ ਤੇ ਖੁਦ ਮੇਰੀ ਛਾਤੀ ਨੂੰ ਜ਼ਖਮੀ ਕੀਤਾ ਹੈ, ਪਰ ਜਿਹੜੀ ਸੰਗੀਨ ਮੈਂ ਖੁਦ ਬਣਾਈ ਸੀ, ਜ਼ਾਰ ਨੇ ਉਹਨੂੰ ਤੇਜ਼ ਕਰਕੇ ਉਹਦੇ ਨਾਲ ਮੇਰੇ ਦਿਲ ਨੂੰ ਨਿਸ਼ਾਨਾ ਬਣਾਇਆ। ਦੋਸਤੋ, ਹੁਣ ਕੀ ਕੀਤਾ ਜਾਏ? ਇਮਾਮ ਦੇ ਨਜ਼ਦੀਕੀ ਬੰਦਿਆਂ ਨੇ ਬੜੇ ਦੁਖੀ ਮਨ ਨਾਲ ਇਹ ਸ਼ਬਦ ਸੁਣੇ। ਸਿਰਫ ਮਾਂ ਹੀ ਇਹ ਸਭ ਕੁਝ ਉੱਤੇ ਯਕੀਨ ਕਰਨ ਨੂੰ ਤਿਆਰ ਨਹੀਂ ਸੀ। ਸ਼ਮੀਲ ਨੇ ਜਮਾਲੁਦੀਨ ਨੂੰ ਸੰਬੋਧਿਤ ਹੁੰਦਿਆਂ ਕਿਹਾ, ਓਏ ਪਹਾੜਾਂ ਦੇ ਦੁਸ਼ਮਣਾ, ਤੂੰ ਉੱਥੇ ਰਹੇਂਗਾ ਜਿੱਥੇ ਮੈਨੂੰ ਤੇਰੀ ਆਵਾਜ਼ ਵੀ ਨਾ ਸੁਣੇ। ਨਾ ਤਾਂ ਹੁਣ ਤੇਰਾ ਪਿਓ ਏ ਤੇ ਨਾ ਹੀ ਦਾਗਿਸਤਾਨ। ਮੈਂ ਜਾਰਜੀਆਈ ਰਾਜਕੁਮਾਰੀਆਂ ਦੇ ਬਦਲੇ 'ਚ ਤੈਨੂੰ ਲੈ ਲਿਆ, ਪਰ ਤੈਨੂੰ ਕਿਹਦੇ ਬਦਲੇ ਦਿਆਂ? ਮੈਂ ਤੇਰਾ ਕੀ ਕਰਾਂ? ਆਪਣੇ ਪੁੱਤਰ ਨਾਲ ਤੁਸੀਂ ਜੋ ਵੀ ਚਾਹੋ ਕਰ ਸਕਦੇ ਹੋ, ਭਾਵੇਂ ਜਾਨ ਲੈ ਲਓ, ਪਰ ਮੇਰੀ ਪਹਿਲਾਂ ਗੱਲ ਸੁਣ ਲਓ। ਰਹਿਣ ਦੇ ਆਪਣੀ ਗੱਲ। ਮੈਂ ਹਮੇਸ਼ਾ ਅੱਲਾ ਦੀ ਗੱਲ ਸੁਣਦਾ ਰਿਹਾ, ਪਰ ਅੱਜ ਉਹ ਵੀ ਨਹੀਂ ਸੁਣਦਾ ਪਿਆ। ਅੱਲਾ ਆਖਦਾ ਪਿਆ ਇਸ ਦੁਸ਼ਮਣ ਨੂੰ ਕਤਲ ਕਰ ਸੁੱਟੋ, ਪਰ ਮੈਂ ਉਹਨੂੰ ਜਵਾਬ ਦਿੰਨਾ ਵੀ ਇਹ ਦੁਸ਼ਮਣ ਨਹੀਂ, ਗੁੰਮਰਾਹ ਹੋ ਜਾਣ ਵਾਲਾ ਪੁੱਤਰ ਏ। ਮੈਂ ਉਹਨੂੰ ਆਖਣਾ ਵੀ ਮੇਰੇ ਵਿੱਚ ਆਪਣੇ ਹੱਥ ਦੀ ਉਂਗਲੀ ਵੱਢਣ ਦੀ ਹਿੰਮਤ ਨਹੀਂ, ਇਸ ਕਰਕੇ ਤੂੰ ਜਿਉਂਦਾ ਰਹਿ, ਪਰ ਖੰਜਰ ਲਾ ਦੇ। ਹਥਿਆਰ ਦੀ ਉਹਨੂੰ ਲੋੜ ਹੁੰਦੀ ਹੈ ਜਿਹੜਾ ਦੁਸ਼ਮਣ ਨਾਲ ਲੋਹਾ ਲੈਣ ਲਈ ਤਿਆਰ ਹੋਵੇ। ਸ਼ਮੀਲ ਨੇ ਆਪਣੇ ਪੁੱਤਰ ਨੂੰ ਦੂਰ ਦੁਰਾਡੇ ਦੇ ਇੱਕ ਪਿੰਡ 'ਚ ਭੇਜ ਦਿੱਤਾ। ਜਮਾਲੁਦੀਨ ਉੱਥੇ ਰੁੱਖੋਂ ਡਿੱਗੇ ਪੱਤੇ ਵਾਂਗ ਰਹਿੰਦਾ ਸੀ। ਦੁੱਖ ਭਰੇ ਵਿਚਾਰਾਂ ਨਾਲ ਕਮਜ਼ੋਰ ਹੋਣ, ਭੈੜੀ ਖੁਰਾਕ ਤੇ ਅਜੇ ਜਲਵਾਯੂ ਦੇ ਕਾਰਨ ਜਿਹਦਾ ਉਹ ਆਦੀ ਨਹੀਂ ਸੀ, ਜਮਾਲੁਦੀਨ ਨੂੰ ਤਬਦੀਕ ਹੋ ਗਈ। ਇਮਾਮ ਦੁਸ਼ਮਣ ਨਾਲ ਮੋਰਚਾ ਲਾਈ ਬੈਠਾ ਸੀ ਤੇ ਉਧਰ ਪੁੱਤਰ ਲਈ ਸਾਹ ਲੈਣਾ ਵੱਧ ਤੋਂ ਵੱਧ ਔਖਾ ਹੋਈ ਜਾਂਦਾ ਸੀ। ਉਹਨੂੰ ਉਹਦੀ ਕਿਸਮਤ ਉੱਤੇ ਛੱਡ ਦਿੱਤਾ ਗਿਆ। ਇਸੇ ਦੌਰਾਨ ਇਮਾਮ ਤੋਂ ਚੋਰੀ ਛਿਪੇ ਜਮਾਲੁਦੀਨ ਦੀ ਮਾਂ ਪਾਤੀਮਾਤ ਉਹਦੇ ਕੋਲ ਗਈ। ਉਹ ਰੋਟੀ ਨਾਲ ਬਣਾਏ ਹੋਏ ਖਿਡੌਣੇ ਆਪਣੇ ਨਾਲ ਲੈ ਗਈ ਸੀ। ਅਜਿਹੀ ਇੱਕ ਖਿਡੌਣੇ ਦੀ ਸ਼ਕਲ ਖੰਜਰ ਜਿਹੀ ਸੀ, ਦੂਸਰੇ ਦੀ ਉਕਾਬ ਜਿਹੀ ਸੀ, ਤੀਸਰੇ ਦੀ ਤਲਵਾਰ ਜਿਹੀ। ਇਸ ਤੋਂ ਬਾਅਦ ਉਹਨੇ ਹਾਤੇ ਵਿੱਚੋਂ ਪਾਥੀਆਂ ਲਿਆ ਕੇ ਅੱਗ ਬਾਲੀ। ਪਾਤੀਮਾਤ ਨੇ ਰੋਟੀ ਦੇ ਖਿਡੌਣੇ ਗਰਮ ਕੀਤੇ, ਆਪਣੇ ਗੋਡਿਆਂ ਉੱਤੇ ਰਗੜ ਕੇ ਉਹਨਾਂ ਤੋਂ ਸੁਆਹ ਸਾਫ਼ ਕੀਤੀ ਤੇ ਉਹਨਾਂ ਵਿੱਚੋਂ ਇੱਕ ਖਿਡੌਣੇ ਨੂੰ ਤੋੜ ਕੇ ਜਮਾਲੁਦੀਨ ਨੂੰ ਇੰਜ ਦਿੱਤਾ ਜਿਵੇਂ ਉਹ ਬੱਚਾ ਹੋਵੇ। ਜਦੋਂ ਮਾਂ ਦਾ ਆਪਣਾ ਦੁੱਧ ਨਹੀਂ ਉਤਰਦਾ ਤਾਂ ਉਹ ਬੱਚੇ ਨੂੰ ਪਹਾੜੀ ਬੱਕਰੀ ਦੇ ਦੁੱਧ ਆਦਿ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, ਪਾਤੀਮਾਤ ਨੇ ਕਿਹਾ। ਜਮਾਲੁਦੀਨ ਹੈਰਾਨੀ ਨਾਲ ਮਾਂ ਨੂੰ ਵੇਖ ਰਿਹਾ ਸੀ। ਉਹਨੂੰ ਲੱਗਾ ਜਿਵੇਂ ਉਹ ਉਹਨੂੰ ਪਹਿਲੀ ਵਾਰ ਵੇਖ ਰਿਹਾ ਹੋਵੇ। ਅਚਾਨਕ ਉਹਨੂੰ ਉਹ ਜਵਾਨ ਤੇ ਖੂਬਸੂਰਤ ਨਾਰੀ ਦੇ ਰੂਪ 'ਚ ਯਾਦ ਆਈ। ਬਚਪਨ 'ਚ ਉਹਨੂੰ ਇਵੇਂ ਰੋਟੀਆਂ ਖਵਾਉਂਦੀ ਹੁੰਦੀ ਸੀ, ਘੋੜੇ ਦੀ ਸ਼ਕਲ ਵਾਲੇ ਪੰਘੂੜੇ ਕੋਲ ਬਹਿ ਕੇ ਉਹਨੂੰ ਸ਼ੇਰਨੀ ਦਾ ਦੁੱਧ ਪਿਆ ਕੇ ਪਾਲੇ ਪੋਸੇ ਗਏ ਗੱਭਰੂ ਦੇ ਬਾਰੇ ਗਾਣਾ ਸੁਣਾਉਂਦੀ ਸੀ। ਉਹਦੇ ਸਰਾਣੇ ਛੋਟੇ ਜਿਹੇ ਤਕੀਏ ਦੇ ਹੇਠਾਂ ਲੱਕੜੀ ਦਾ ਛੋਟਾ ਜਿਹਾ ਖੰਜਰ ਪਿਆ ਹੁੰਦਾ ਸੀ। ਅੰਮਾ, ਜਮਾਲੁਦੀਨ ਬਚਪਨ ਦੇ ਵਕਤ ਦੀ ਤਰ੍ਹਾਂ ਚੀਕ ਉੱਠਿਆ। ਜਮਾਲ ਮੇਰੇ ਬੇਟੇ, ਤੂੰ ਮੁੜ ਕੇ ਮੇਰਾ ਬੇਟਾ ਬਣ ਜਾ, ਪਾਤੀਮਾਤ ਨੇ ਕਿਹਾ। ਜਮਾਲੁਦੀਨ ਨੇ ਆਪਣੀ ਮਾਂ ਨੂੰ ਪਛਾਣ ਲਿਆ। ਚੁੱਲ੍ਹੇ ਦੀ ਬੁਝਦੀ ਅੱਗ ਦੇ ਕੋਲ ਬਹਿ ਕੇ ਤੇ ਬਿਮਾਰ ਪੁੱਤਰ ਦੇ ਉੱਪਰ ਝੁੱਕ ਕੇ ਮਾਂ ਨੂੰ ਉਸੇ ਤਰ੍ਹਾਂ ਲੋਰੀਆਂ ਸੁਣਾਉਂਦੀ ਪਈ ਸੀ ਜਿਸ ਤਰ੍ਹਾਂ ਉਹਦੇ ਜੀਵਨ ਦੇ ਪਹੁ ਫੁਟਾਲੇ ਵੇਲੇ। ਪੁੱਤਰ ਆਪਣੇ ਜਿਸ ਪਿਤਾ ਨੂੰ ਸਮਝ ਨਹੀਂ ਸੀ ਸਕਿਆ, ਉਹ ਮੁਰੀਦਾਂ ਨਾਲ ਕਿਤੇ ਦੂਰ ਮੋਰਚੇ ਤੇ ਜੂਝ ਰਿਹਾ ਸੀ। ਉਹਦੀ ਬੀਵੀ ਪਾਤੀਮਾਤ ਆਖਰੀ ਸਾਹ ਗਿਣਦੇ ਆਪਣੇ ਪਲੇਠੇ ਲਈ ਚਿਰ ਵਿਦਾਈ ਦਾ ਗੀਤ ਗਾ ਰਹੀ ਸੀ। ਜਮਾਲੁਦੀਨ ਨੂੰ ਲੱਗਾ ਕਿ ਕਿਤੇ ਨੇੜੇ ਚੱਟਾਨਾਂ 'ਚ ਕੋਈ ਦਰਿਆ ਹੂੰਘ ਰਿਹਾ ਹੈ। ਉਹਨੂੰ ਇਹੋ ਜਿਹਾ ਅਹਿਸਾਸ ਹੋਇਆ ਕਿ ਦਰਵਾਜ਼ੇ ਕੋਲ ਵੱਢ ਕੇ ਰੱਖੇ ਹੋਏ ਸੁੱਕੇ ਘਾਹ ਉੱਤੇ ਵੱਛਾ ਲਿਟਿਆ ਹੋਵੇ। ਉਹਨੂੰ ਗੀਮਰੀ ਵਿੱਚ ਆਪਣੇ ਘਰ, ਆਪਣੇ ਪਿਤਾ, ਆਪਣੇ ਪਹਿਲੇ ਘੋੜੇ ਦੀ ਯਾਦ ਆ ਗਈ। ਮਾਂ ਖੁਸ਼ ਮਿਜਾਜ਼ ਡਿੰਗੀਰ ਡੰਗਾਰਚੂ ਬਾਰੇ ਗਾਣਾ ਗਾ ਰਹੀ ਸੀ, ਜਿਹੜਾ ਮੀਂਹ ਦੀ ਧਾਰ ਦੇ ਸਹਾਰੇ ਆਕਾਸ਼ 'ਚ ਚੜ ਗਿਆ ਸੀ। ਕਿੱਥੇ ਗਿਆ ਸੀ ਇਹ ਦੱਸ ਤਾਂ ਡਿੰਗੀਰ ਡੰਗਾਰਚੂ? ਜੰਗਲਾਂ 'ਚ ਗਿਆ ਸੀ ਮੈਂ ਡਿੰਗੀਰ ਡੰਗਾਰਚੂ। ਕੀ ਕਰਨ ਗਿਆ ਸੀ ਉੱਥੇ ਤੋਂ? ਲੈਣ ਗਿਆ ਸੀ ਲੱਕੜੀ ਮੈਂ ਡਿੰਗੀਰ ਡੰਗਾਰਚੂ। ਕਾਹਤੋਂ ਲੋੜ ਸੀ ਲੱਕੜੀ ਦੀ? ਤਾਂ ਜੋ ਬਣਾਵਾਂ ਘਰ ਆਪਣਾ। ਤੈਨੂੰ ਲੋੜ ਏ ਘਰ ਦੀ ਕਿਉਂ? ਵਿਆਹ ਰਚਾਉਣਾ ਚਾਹੁੰਦਾ ਮੈਂ ਡਿੰਗੀਰ ਡੰਗਾਰਚੂ। ਵਿਆਹ ਰਚਾਉਣਾ ਕਿਉਂ ਚਾਹਵੇਂ ਡਿੰਗੀਰ ਡੰਗਾਰਚੂ? ਤਾਂ ਜੋ ਮੈਂ ਜੰਮਾਂ ਸੂਰੇ ਮੈਂ ਡਿੰਗੀਰ ਡੰਗਾਰਚੂ। ਤੈਨੂੰ ਲੋੜ ਕੀ ਸੂਰਿਆਂ ਦੀ ਡਿੰਗੀਰ ਡੰਗਾਰਚੂ? ਜੱਗ ਉਹਨਾਂ ਤੇ ਮਾਣ ਕਰੇ ਡਿੰਗੀਰ ਡੰਗਾਰਚੂ। ਜਮਾਲੁਦੀਨ ਦੀਆਂ ਨਜ਼ਰਾਂ ਦੇ ਸਾਹਮਣੇ ਉਹਦੇ ਆਪਣੇ ਪਿਆਰੇ ਪਰਬਤ ਉੱਭਰ ਆਏ। ਬਰਫ਼ ਪਿਘਲ ਰਹੀ ਹੈ, ਕੂਲਾਂ ਵਿੱਚ ਕੰਕਰ ਪੱਥਰ ਸ਼ੋਰ ਮਚਾ ਰਹੇ ਹਨ, ਪਰਬਤਮਾਲਾ ਉੱਤੇ ਬੱਦਲ ਤੈਰ ਰਹੇ ਹਨ। ਬੇਗਾਨੇ ਇਲਾਕੇ 'ਚ ਰਹਿੰਦਿਆਂ ਹੋਇਆਂ ਜਿਸ ਦਾਗਿਸਤਾਨ ਨੂੰ ਉਹ ਭੁੱਲ ਗਿਆ ਸੀ, ਉਹਨੇ ਉਹਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ ਤੇ ਮਾਂ ਗਾਉਂਦੀ ਜਾ ਰਹੀ ਸੀ, ਗਾਉਂਦੀ ਜਾ ਰਹੀ ਸੀ। ਉਹਨਾਂ ਵਿੱਚ ਉਹ ਗੀਤ ਵੀ ਸਨ ਜਿਹੜੇ ਬੱਚੇ ਦੇ ਜਨਮ ਤੇ ਗਾਏ ਜਾਂਦੇ ਹਨ, ਉਹ ਵੀ ਜਿਹੜੇ ਪੁੱਤਰਾਂ ਦੇ ਮਰਨ ਤੇ ਗਾਏ ਜਾਂਦੇ ਹਨ। ਉਹਨਾਂ 'ਚ ਇਹ ਵੀ ਕਿਹਾ ਗਿਆ ਸੀ ਪੁੱਤਰਾਂ ਦੇ ਮਰ ਜਾਣ ਤੇ ਉਹਨਾਂ ਦੇ ਬਾਰੇ ਗੀਤ ਕਾਇਮ ਰਹਿੰਦੇ ਹਨ,
ਮਾਂ ਗਾਉਂਦੀ ਪਈ ਸੀ ਸ਼ਮੀਲ ਦੇ ਬਾਰੇ, ਹਾਜੀ ਮੁਰਾਦ, ਕਾਜ਼ੀ ਮੁਹੰਮਦ, ਹਮਜ਼ਾਦ ਬੇਗ, ਬਹਾਦਰ ਖੋਚਵਾਰ, ਪਾਰਤੂ ਪਾਤੀਮਾਤ, ਨਾਦਰ ਸ਼ਾਹ ਦੇ ਛੱਕੇ ਛਡਾਏ ਜਾਣ ਤੇ ਉਹਨਾਂ ਬਹਾਦਰਾਂ ਦੇ ਬਾਰੇ ਜਿਹੜੇ ਜੰਗ ਦੀਆਂ ਮੁਹਿੰਮਾਂ ਤੋਂ ਵਾਪਸ ਨਹੀਂ ਆਏ। ਚੁੱਲ੍ਹੇ 'ਚ ਅੱਗ ਬੁਝਦੀ ਜਾਂਦੀ ਸੀ। ਦਾਗਿਸਤਾਨ ਜੱਗ ਦੇ ਭਾਂਬੜਾਂ 'ਚ ਬਲ ਰਿਹਾ ਸੀ। ਜਮਾਲੂਦੀਨ ਦੀਆਂ ਅੱਖਾਂ 'ਚ ਹੁਣ ਇਹ ਦੋਵੇਂ ਲਾਟਾਂ ਪ੍ਰਤੀਬਿੰਬਤ ਹੋ ਗਈਆਂ ਸੀ। ਮਾਂ ਦੇ ਗੀਤ ਨੇ ਉਹਨੂੰ ਬੇਬਲ ਕਰ ਦਿੱਤਾ। ਪੁੱਤਰ ਦੇ ਦਿਲ 'ਚ ਦਾਗਿਸਤਾਨ ਲਈ ਪ੍ਰੇਮ ਨੇ ਪਲਕ ਖੋਲ ਲਈ। ਉਹ ਭੜਕ ਉੱਠਿਆ। ਉਹ ਉਹਨੂੰ ਪਿਓ ਦੇ ਨਾਲ ਖੜਾ ਹੋਣ ਲਈ ਬੁਲਾਉਣ ਲੱਗਾ। ਮਾਂ, ਮੈਂ ਤਾਂ ਦਾਗਿਸਤਾਨ ਹੁਣੇ ਹੀ ਮੁੜਿਆ, ਆਪਣੇ ਅੱਬਾ ਨੂੰ ਹੁਣੇ ਹੀ ਮਿਲਿਆ। ਮੈਨੂੰ ਹਥਿਆਰ ਲਿਆ ਦੇ। ਮੈਂ ਸ਼ਾਮੀਲ ਦਾ ਪੁੱਤਰ ਹਾਂ। ਮੈਨੂੰ ਘਰ ਦੇ ਚੁੱਲ੍ਹੇ ਕੋਲ ਦਮ ਨਹੀਂ ਤੋੜਨਾ ਚਾਹੀਦਾ। ਮੈਨੂੰ ਉੱਥੇ ਜਾਣ ਦੇ ਜਿੱਥੇ ਗੋਲੀਆਂ ਚੱਲਦੀਆਂ ਨੇ। ਇਸ ਤਰ੍ਹਾਂ ਮਾਂ ਦੇ ਗੀਤ ਨੇ ਉਹ ਕੁਝ ਕਰ ਵਿਖਾਇਆ ਜਿਹੜਾ ਕੁਰਾਨ ਤੇ ਪਿਤਾ ਦੇ ਹੁਕਮ ਨਹੀਂ ਕਰ ਸਕੇ ਸਨ। ਪਰ ਇਹ ਤਾਂ ਅੰਗਾਰੇ ਦੇ ਭੜਕ ਉੱਠਣ ਵਾਂਗ ਸੀ। ਮਾਂ ਦੀਆਂ ਲੋਰੀਆਂ ਤੇ ਗੀਤ ਜਮਾਲੂਦੀਨ ਦੇ ਦਿਲ 'ਚ ਵਸੇ ਹੋਏ ਦੂਸਰੇ ਗਾਣਿਆਂ ਨੂੰ ਮੂਕ ਨਹੀਂ ਬਣਾ ਸਕਦੇ ਸਨ। ਉਹ ਪੀਟਰਸਬਰਗ ਨੂੰ ਭੁਲਾ ਨਹੀਂ ਸਕਦਾ ਸੀ ਜਿੱਥੇ ਉਹ ਵੱਡਾ ਹੋਇਆ ਸੀ। ਉਹ ਦਾਗਿਸਤਾਨ ਦੇ ਪਹਾੜੀ ਲੋਕਾਂ ਦੀ ਸਮਝ 'ਚ ਨਾ ਆਉਣ ਵਾਲੀ ਭਾਸ਼ਾ ਤੇ ਉਹਨਾਂ ਦੀ ਸਮਝ 'ਚ ਨਾ ਆਉਣ ਵਾਲੀਆਂ ਪੰਕਤੀਆਂ ਸੁਣਾਉਂਦਾ ਸੀ। ਐ ਪੀਟਰ ਦੀ ਰਚਨਾ, ਤੈਨੂੰ ਬੇਹੱਦ ਪਿਆਰ ਕਰਾਂ, ਸੁਗੜ ਗੈਰ ਗੰਭੀਰ ਪਿਆਰਾ ਸੋਹਣਾ ਰੂਪ ਤੇਰਾ, ਸਹਿਜੇ ਵਹਿਣ ਵਹੇ ਨੇਵਾ ਦਾ, ਪੱਥਰ ਤੱਟ ਦਾ ਪਿਆਰਾ ਰਾਹ, ਲੋਹੇ ਦੇ ਜੰਗਲੇ ਪਿਆਰੇ ਪਿਆਰੇ, ਖੁਦੀ ਨਕਾਸ਼ੀ ਸੋਹਣੀ ਆ, ਚਿੰਤਨ ਵਿੱਚ ਨੇ ਡੁੱਬੀਆਂ ਰਾਤਾਂ, ਸਾਫ਼ ਸ਼ਫਾਫ ਸਭ ਸ਼ਾਮਾਂ ਨੇ, ਲੁਕਣ ਮੀਟੀ ਖੇਡਣ ਇੱਥੇ ਦੋਵੇਂ ਦਿਨ ਤੇ ਰਾਤ ਆ, ਬਿਨਾਂ ਚੰਨ ਤੋਂ ਅੰਬਰ ਤਾਰੇ ਚਾਨਣੀਆਂ ਦੀ ਛਹਿ ਭਰੇ, ਪੜਾ ਮੈਂ ਆਪਣੇ ਕਮਰੇ ਅੰਦਰ ਬਿਨਾਂ ਰੌਸ਼ਨੀ ਦੀਪਕ ਦੇ, ਉੱਚੇ ਉੱਚੇ ਭਵਨ ਊਂਘਦੇ, ਸੜਕਾਂ ਨਿਰਜਨ ਵੀਰਾਨੀ, ਸਾਫ਼ ਦਿਸੇ ਮੈਨੂੰ ਇੱਥੇ ਰੌਸ਼ਨੀਆਂ ਦੀ ਲੋੜ ਨਹੀਂ। ਇਸ ਸ਼ਹਿਰ 'ਚ ਸਭ ਨੂੰ ਦਿਸੇ ਉੱਪਰ ਸਭ ਤੋਂ ਚਮਕਦਾ ਐਡਮਿਰੈਲਟੀ ਉੱਤੇ ਲੱਗਾ ਲੋਹੇ ਦਾ ਡੰਡਾ ਚਮਕਦਾ। ਧੂਏ ਨਾਲ ਭਰੇ ਹੋਏ ਪਹਾੜੀ ਘਰ 'ਚ ਇਹਨਾਂ ਸ਼ਬਦਾਂ ਦੀ ਗੂੰਜ ਅਜੀਬ ਜਿਹੀ ਲੱਗਦੀ। ਜਮਾਲੂਦੀਨ ਨੂੰ ਰਾਤੀ ਸੁਪਨੇ ਆਉਂਦੇ ਜਿਵੇਂ ਉਹ ਮੁੜ ਕੇ ਜ਼ਾਰ ਦੇ ਸੈਨਿਕ ਸਕੂਲ 'ਚ ਸਿੱਖਿਆ ਪ੍ਰਾਪਤ ਕਰ ਰਿਹਾ ਹੈ, ਜਿਵੇਂ ਗਰਮੀ ਰੁੱਤ ਦੇ ਬਾਗ ਦੇ ਜੰਗਲੇ ਦੇ ਕੋਲ ਉਹ ਜਾਰਜੀਆਈ ਸੁੰਦਰੀ ਨੀਨਾ ਨੂੰ ਮਿਲ ਰਿਹਾ ਹੈ। ਜਮਾਲੂਦੀਨ ਦੇ ਦਿਲ 'ਚ ਦੋ ਉਕਾਬ ਨਾਲੋਂ ਨਾਲ ਜਿਉਂ ਰਹੇ ਸਨ। ਦੋਵੇਂ ਉਹਨੂੰ ਆਪਣੇ ਆਪਣੇ ਵੱਲ ਖਿੱਚ ਰਹੇ ਸਨ। ਉਹਦੀ ਆਤਮਾ ਵਿੱਚ ਦੋ ਗੀਤ ਗੂੰਜਦੇ ਰਹਿੰਦੇ ਸਨ। ਉਹਦੀ ਪਿਆਰੀ ਨੀਨਾ ਬਹੁਤ ਦੂਰ ਸੀ। ਉਹਨਾਂ ਦੇ ਵਿਚਕਾਰ ਜ਼ੋਰੋ ਜ਼ੋਰ ਵਹਿੰਦਾ ਨਦੀ ਦਾ ਵਹਿਣ ਸੀ। ਇਸ ਨਦੀ ਦੇ ਪਾਰ ਡਾਕ ਵੀ ਨਹੀਂ ਜਾਂਦੀ ਸੀ। ਰੂਸੀ ਅਫਸਰ ਦਾਗਿਸਤਾਨ ਦੇ ਇਮਾਮ ਦਾ ਪੁੱਤਰ ਜਿਵੇਂ ਇਸ ਨਦੀ 'ਚ ਡੁੱਬ ਗਿਆ ਸੀ। ਇਹ ਨਦੀ ਉਹਦੇ ਸਾਰੇ ਸੁਪਨਿਆਂ ਨੂੰ ਰੋੜ ਕੇ ਲੈ ਗਈ ਤੇ ਉਹਨਾਂ ਸੁਪਨਿਆਂ 'ਚ ਉਹਦਾ ਇੱਕ ਸਭ ਤੋਂ ਵੱਡਾ ਸੁਪਨਾ ਵੀ ਸੀ। ਜਮਾਲੂਦੀਨ ਦਾ ਸਭ ਤੋਂ ਪਿਆਰਾ ਸੁਪਨਾ ਇਸ ਜ਼ੋਰੋ ਜ਼ੋਰ ਵਹਿੰਦੀ ਨਦੀ ਉੱਤੇ ਪੁਲ ਬਣਾਉਣ ਦਾ ਸੀ, ਦੋਹਾਂ ਕਿਨਾਰਿਆਂ ਨੂੰ ਜੋੜਨ ਦਾ ਸੀ। ਜੰਗ ਦੀ ਬੇਰਹਿਮ ਅਰਥਹੀਣ ਵੱਢ ਟੁੱਕ ਦੀ ਥਾਂ ਦੋਸਤੀ, ਪਿਆਰ ਤੇ ਜ਼ਿੰਦਗੀ ਦੇ ਸੁਖਦਾਈ ਸੂਤਰ ਜੋੜਨ ਦਾ ਸੀ। ਉਹ ਪਹਾੜਾਂ 'ਚ ਗਾਏ ਜਾਣ ਵਾਲੇ ਗੀਤਾਂ, ਮਾਂ ਦੇ ਗੀਤਾਂ ਨੂੰ ਸਮਝਦਾ ਸੀ, ਪਰ ਨਾਲ ਹੀ ਪੁਸ਼ਕਿਨ ਦੇ ਗੀਤਾਂ ਨੂੰ ਵੀ ਸਮਝਦਾ ਸੀ। ਉਹਦੇ ਦਿਲ 'ਚ ਦੋ ਗੀਤ ਇੱਕ ਦੂਜੇ ਨਾਲ ਘੁਲ ਮਿਲ ਗਏ ਸੀ। ਕਾਸ਼ ਉਹਦੇ ਪਿਤਾ ਜੀ ਇਹ ਸਮਝ ਸਕਦੇ, ਕਾਸ਼ ਗੀਤ ਇੱਕ ਦੂਜੇ ਨੂੰ ਸਮਝ ਲੈਂਦੇ ਤੇ ਪਿਆਰ ਕਰਦੇ। ਪਰ ਗੀਤ ਤਾਂ ਤਲਵਾਰਾਂ ਵਾਂਗ ਸਨ। ਉਹ ਹਵਾ 'ਚ ਟਕਰਾਉਂਦੇ ਸਨ। ਉਹਨਾਂ 'ਚੋਂ ਚੰਗਿਆੜੀਆਂ ਨਿਕਲਦੀਆਂ ਸਨ। ਲਹੂ ਲੁਹਾਨ ਹੋਇਆ ਦਾਗਿਸਤਾਨ, ਖੂਨ ਬਹਾਦਰਾਂ ਕਾਵਾਂ ਵੱਲੋਂ ਚੂੰਡੀਆਂ ਜਾਂਦੀਆਂ ਅੱਖਾਂ, ਘੋੜਿਆਂ ਦੀ ਹਿਣਕ, ਖੰਜਰ ਦੀ ਖਣਕ ਤੇ ਉਸ ਘੋੜੇ ਦੇ ਬਾਰੇ ਗੀਤ ਗਾਉਂਦਾ ਸੀ ਜਿਹੜਾ ਆਪਣੇ ਸਵਾਰ ਨੂੰ ਮੈਦਾਨੇ ਜੰਗ ਵਿੱਚ ਗੁਆ ਕੇ ਘਰ ਵਾਪਸ ਆ ਜਾਂਦਾ ਸੀ। ਅਤੇ ਜਦੋਂ ਗੀਤ ਇੱਕ ਦੂਜੇ ਨੂੰ ਸਮਝ ਜਾਂਦੇ ਸਨ, ਜਦੋਂ ਇੱਕ ਕਿਨਾਰੇ ਦੇ ਲੋਕ ਦੂਜੇ ਕਿਨਾਰੇ ਦੇ ਲੋਕਾਂ ਨੂੰ ਸਮਝ ਜਾਂਦੇ ਸਨ, ਤਾਂ ਗੋਲੀਆਂ ਚੱਲਣੀਆਂ ਬੰਦ ਹੋ ਜਾਂਦੀਆਂ ਸਨ, ਖੰਜਰਾਂ ਦੀ ਖਣਕ ਸ਼ਾਂਤ ਹੋ ਜਾਂਦੀ ਸੀ, ਲਹੂ ਡੁੱਲਣਾ ਬੰਦ ਹੋ ਜਾਂਦਾ ਸੀ, ਹੱਥ ਬਦਲਾ ਲੈਣ ਨੂੰ ਨਹੀਂ ਉੱਠਦਾ ਸੀ ਤੇ ਦਿਲ 'ਚ ਗੁੱਸੇ ਦੀ ਬਜਾਏ ਪਿਆਰ ਉਛਾਲੇ ਮਾਰਨ ਲੱਗਦਾ ਸੀ। ਵਾਲੇਰਿਕ ਨਦੀ ਦੇ ਕੰਢੇ ਹੋਈ ਲੜਾਈ 'ਚ ਸ਼ਾਮੀਲ ਦਾ ਜ਼ਖਮੀ ਹੋ ਜਾਣ ਵਾਲਾ ਮੁਰੀਦ ਮੁੱਲਾ ਮੁਹੰਮਦ ਰੂਸੀਆਂ ਦੇ ਹੱਥ ਲੱਗ ਗਿਆ। ਪਿੰਡ ਦੇ ਲੋਕਾਂ ਨੇ ਸਮਝਦਿਆਂ ਹੋਇਆਂ ਕਿ ਉਹ ਲੜਾਈ 'ਚ ਮਾਰਿਆ ਗਿਆ ਹੈ, ਉਹਦਾ ਸੋਗ ਵੀ ਮਨਾ ਲਿਆ। ਪਰ 1 ਮਹੀਨੇ ਮਗਰੋਂ ਜਿਉਂਦਾ ਜਾਗਦਾ ਤੇ ਬਿਲਕੁਲ ਸਿਹਤਮੰਦ ਵਿਅਕਤੀ ਦੇ ਰੂਪ 'ਚ ਘਰ ਮੁੜ ਆਇਆ। ਹੈਰਾਨ ਹੋਏ ਲੋਕ ਉਹਨੂੰ ਪੁੱਛਣ ਲੱਗੇ ਕਿ ਆਜ਼ਾਦ ਹੋਣ 'ਚ ਉਹਨੂੰ ਕਾਮਯਾਬੀ ਕਿਵੇਂ ਮਿਲ ਗਈ। ਮੁਰੀਦ ਨੂੰ ਇਹ ਗੱਲ ਬੁਰੀ ਲੱਗੀ ਤੇ ਉਹਨੇ ਕਿਹਾ, ਇਹ ਨਾ ਸੋਚਿਓ ਕਿ ਮੁੱਲਾ ਮੁਹੰਮਦ ਝੂਠ ਜਾਂ ਖੁਸ਼ਾਮਦ ਦੀ ਬਦੌਲਤ ਆਜ਼ਾਦ ਹੋ ਕੇ ਆ ਗਿਆ। ਮੈਂ ਬੁਜ਼ਦਿਲ ਨਹੀਂ ਹਾਂ।
ਅਸੀਂ ਜਾਣਦੇ ਹਾਂ ਕਿ ਤੂੰ ਬਹਾਦਰ ਮੁਰੀਦ ਏ। ਸ਼ਾਇਦ ਤੂੰ ਤਲਵਾਰ ਦੀ ਮਦਦ ਨਾਲ ਆਜ਼ਾਦੀ ਹਾਸਲ ਕੀਤੀ ਹੋਵੇ। ਮੇਰੇ ਕੋਲ ਤਲਵਾਰ ਨਹੀਂ ਸੀ ਤੇ ਜੇ ਹੁੰਦੀ ਵੀ ਤਾਂ ਵੀ ਉਹ ਮੇਰੀ ਮਦਦ ਨਾ ਕਰ ਸਕਦੀ। ਤਾਂ ਫਿਰ ਤੂੰ ਕਿਵੇਂ ਬਚ ਕੇ ਨਿਕਲ ਆਇਆ? ਮੈਨੂੰ ਤਹਿਖਾਨੇ 'ਚ ਬੰਦ ਕਰ ਦਿੱਤਾ ਗਿਆ ਸੀ। ਦਰਵਾਜ਼ੇ ਉੱਤੇ ਜੰਦਰਾ ਮਾਰ ਦਿੱਤਾ ਗਿਆ ਸੀ। ਤਾਂ ਉੱਥੇ ਤੂੰ ਆਪਣੇ ਆਪ ਨੂੰ ਕਿਹੋ ਜਿਹਾ ਮਹਿਸੂਸ ਕੀਤਾ? ਫੰਦੇ 'ਚ ਫਸ ਗਏ ਪਹਾੜੀ ਬੱਕਰੇ ਵਾਂਗ। ਪਰ ਇਸ ਤਹਿਖਾਨੇ ਵਿੱਚ ਮੈਨੂੰ ਅਚਾਨਕ ਅਲੀ ਬਾਰੇ, ਜਿਹਨੂੰ ਉਹਦੇ ਮੱਕਾਰ ਭਰਾਵਾਂ ਨੇ ਉੱਚੀ ਚਟਾਨ ਉੱਤੇ ਇਕੱਲਾ ਛੱਡ ਦਿੱਤਾ ਸੀ, ਗੀਤ ਯਾਦ ਆ ਗਿਆ। ਮੈਂ ਉਹ ਗੀਤ ਗਾਇਆ। ਇਸ ਤੋਂ ਬਾਅਦ ਮੈਂ ਦੂਸਰੇ ਗੀਤ ਗਾਉਣ ਲੱਗ ਗਿਆ। ਮੈਂ ਬਸੰਤ 'ਚ ਮੁੜ ਆਉਣ ਵਾਲੇ ਮੌਸਮੀ ਪਰਿੰਦਿਆਂ, ਪਤਝੜ 'ਚ ਉੱਡ ਜਾਣ ਵਾਲੇ ਸਾਰਸਾਂ ਬਾਰੇ ਗੀਤ ਗਾਏ। ਉਹ ਹਿਰਨ ਦੇ ਬਾਰੇ ਵੀ ਗੀਤ ਗਾਇਆ ਜਿਹਨੂੰ ਅਨਾੜੀ ਸ਼ਿਕਾਰੀ ਨੇ 9 ਵਾਰ ਜ਼ਖਮੀ ਕੀਤਾ ਸੀ। ਪਤਝੜ ਤੇ ਸਰਦੀ ਦੇ ਬਾਰੇ ਵੀ ਗੀਤ ਗਾਏ। ਮੈਂ ਇਹੋ ਜਿਹੇ ਗੀਤ ਗਾਉਂਦਾ ਰਿਹਾ ਜਿਹਨੂੰ ਅਜੇ ਤੱਕ ਕਿਸੇ ਨੇ ਗਾਇਆ ਸੀ। 3 ਦਿਨ ਤੱਕ ਮੈਂ ਗੀਤ ਗਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕੀਤਾ। ਪਹਿਰੇਦਾਰਾਂ ਨੇ ਕੋਈ ਰੁਕਾਵਟ ਨਹੀਂ ਪਾਈ। ਜੇ ਗੀਤ ਦੇ ਬੋਲ ਸਾਰਿਆਂ ਦੇ ਸਮਝ 'ਚ ਨਾ ਵੀ ਆਏ ਹੋਣ ਤਾਂ ਵੀ ਗੀਤ ਤਾਂ ਗੀਤ ਹੀ ਏ। ਗੀਤ ਨੂੰ ਸਾਰੇ ਸੁਣਦੇ ਨੇ। ਇੱਕ ਦਿਨ ਇੱਕ ਜਵਾਨ ਅਫਸਰ ਪਹਿਰੇਦਾਰਾਂ ਕੋਲ ਆਇਆ। ਮੈਂ ਸੋਚਿਆ ਹੁਣ ਮੇਰੀ ਕਹਾਣੀ ਖਤਮ। ਇਸ ਅਫਸਰ ਦੇ ਨਾਲ ਇੱਕ ਹੋਰ ਆਦਮੀ ਵੀ ਸੀ ਜਿਹੜਾ ਸਾਡੀ ਭਾਸ਼ਾ ਜਾਣਦਾ ਸੀ। ਉਸ ਆਦਮੀ ਨੇ ਮੈਨੂੰ ਕਿਹਾ, ਅਫਸਰ ਜਾਣਨਾ ਚਾਹੁੰਦਾ ਹੈ ਭਈ ਤੂੰ ਕਿਹਦੇ ਬਾਰੇ ਗੀਤ ਗਾਉਣਾ ਹੈ? ਤੇਰੇ ਗੀਤ ਦਾ ਵਿਸ਼ਾ ਕੀ ਹੈ? ਤੂੰ ਸਾਡੇ ਲਈ ਫਿਰ ਇੱਕ ਵਾਰ ਇਹ ਗੀਤ ਗਾ। ਮੈਂ ਅੱਗ ਦੇ ਭਾਂਬੜਾਂ 'ਚ ਬਲਦੇ ਹੋਏ ਦਾਗਿਸਤਾਨ ਬਾਰੇ ਗੀਤ ਗਾਉਣ ਲੱਗਾ। ਮੈਨੂੰ ਹੋਰ ਗੀਤ ਗਾਉਣ ਲਈ ਕਿਹਾ ਗਿਆ। ਮੈਂ ਵਿਚਾਰੀ ਮਾਂ ਤੇ ਪਿਆਰੀ ਪਤਨੀ ਬਾਰੇ ਗੀਤ ਗਾਇਆ। ਅਫਸਰ ਸੁਣਦਾ ਰਿਹਾ, ਪਹਾੜਾਂ ਵੱਲ ਵੇਖਦਾ ਰਿਹਾ। ਪਹਾੜ ਬੱਦਲਾਂ ਨਾਲ ਢਕੇ ਸਨ। ਉਹਨੇ ਪਹਿਰੇਦਾਰਾਂ ਨੂੰ ਮੈਨੂੰ ਛੱਡ ਦੇਣ ਵਾਸਤੇ ਕਿਹਾ। ਸਾਡੀ ਭਾਸ਼ਾ ਜਾਣਨ ਵਾਲੇ ਆਦਮੀ ਨੇ ਮੈਨੂੰ ਦੱਸਿਆ, ਇਹ ਸਾਹਿਬ ਹੁਣ ਤੈਨੂੰ ਰਿਹਾ ਕਰਦੇ ਨੇ। ਇਹਨਾਂ ਨੂੰ ਤੇਰੇ ਗੀਤ ਬਹੁਤ ਚੰਗੇ ਲੱਗੇ ਨੇ। ਇਸ ਤੋਂ ਬਾਅਦ ਮੈਂ ਕਦੇ-ਕਦੇ ਇਹ ਸੋਚਣਾ ਕਿ ਸ਼ਾਇਦ ਲਹੂ ਡੋਲਣ ਦੀ ਬਜਾਏ ਦਾਗਿਸਤਾਨ ਨੂੰ ਹਮੇਸ਼ਾ ਆਪਣੇ ਗੀਤ ਹੀ ਗਾਉਣੇ ਚਾਹੀਦੇ ਨੇ। ਪਰ ਸ਼ਾਮੀਲ ਨੇ ਦੁਸ਼ਮਣ ਦੀ ਕੈਦ 'ਚੋਂ ਰਿਹਾ ਹੋ ਕੇ ਆਏ ਮੁਰੀਦ ਕੋਲੋਂ ਪੁੱਛਿਆ, ਮੈਂ ਤਾਂ ਗਾਉਣ ਦੀ ਮਨਾਹੀ ਕਰ ਦਿੱਤੀ ਹੈ, ਫਿਰ ਤੂੰ ਕਾਹਦੇ ਲਈ ਗਾਉਂਦਾ ਰਿਹਾ? ਇਮਾਮ ਨੂੰ ਦਾਗਿਸਤਾਨ 'ਚ ਗਾਉਣ ਦੀ ਮਨਾਹੀ ਕੀਤੀ ਹੈ, ਪਰ ਉੱਥੇ ਗਾਉਣ ਦੀ ਤਾਂ ਨਹੀਂ ਕੀਤੀ। ਤੇਰਾ ਜਵਾਬ ਮੈਨੂੰ ਪਸੰਦ ਆਇਆ, ਸ਼ਮੀਲ ਨੇ ਆਖਿਆ ਤੇ ਕੁਝ ਦੇਰ ਸੋਚਣ ਮਗਰੋਂ ਇੰਨਾ ਹੋਰ ਜੋੜ ਦਿੱਤਾ, ਤੈਨੂੰ ਗਾਉਣ ਦੀ ਆਜ਼ਾਦੀ ਦੇਣਾ ਮੁੱਲਾ ਮੁਹੰਮਦ। ਉਦੋਂ ਤੋਂ ਲੋਕ ਮੁੱਲਾ ਮੁਹੰਮਦ ਨੂੰ ਅਜਿਹਾ ਮੁਹੰਮਦ ਆਖਣ ਲੱਗ ਪਏ ਜਿਹਨੂੰ ਗਾਣੇ ਨੇ ਬਚਾ ਲਿਆ ਸੀ। ਧੰਨਵਾਦ।